So our today's topic is transportation in plants. In this we will see how water, food and other substances are transported within the plant. ठीक है, plants ਦੇ ਵਿੱਚ ਕਿੱਦਾਂ water ਜਾਂ food ਜਾਂ other substances ਕਿੱਦਾਂ transport ਹੁੰਦੇ ਨੇ. That means obviously ਆਪਾਂ ਦੇਖਾਂਗੇ ਕਿ transport in xylem ਕਿੱਦਾਂ ਹੁੰਦਾ ਪਿਆ and transport in phloem ਕਿੱਦਾਂ ਹੁੰਦਾ ਪਿਆ ਹੈ. So transportation in plants, ਆਪਾਂ ਨੂੰ ਪਤਾ ਹੈ ਕਿ ਜਿਹੜੀ soil ਹੈ ਉਹਦੇ ਵਿੱਚ ਬਹੁਤ ਸਾਰੇ raw materials present ਹੁੰਦੇ ਨੇ for plants. Natural ਹੋ ਸਕਦੇ ਨੇ, ਹੈ ਨਾ, mostly natural raw materials present ਹੁੰਦੇ ਨੇ in the soil. ਕਿਹੜੇ ਕਿਹੜੇ raw materials ਹੋ ਸਕਦੇ ਨੇ like nitrogen, phosphorus and many other minerals. ਸੋ ਆਹ ਜਿਹੜੇ raw materials ਨੇ ਜੋ ਕਿ soil ਦੇ ਵਿੱਚ present ਨੇ, plants ਕੀ ਕਰਦੇ ਨੇ, ਇਹਨਾਂ ਨੂੰ soil ਚੋਂ ਆਪਣੇ roots ਰਾਹੀਂ absorb ਕਰਦੇ ਨੇ. ਇਹਨਾਂ ਦੇ ਨਾਲ plants also absorb water and minerals from the soil with the help of their roots. ਫਿਰ ਜਿਹੜਾ water ਉਹਨਾਂ ਨੇ help ਕੀਤਾ ਹੁੰਦਾ ਹੈ, even ਜਿਹੜੇ minerals ਉਹਨਾਂ ਨੇ absorb ਕੀਤੇ ਹੁੰਦੇ ਨੇ, ਤੇ ਜਿਹੜੇ water ਉਹਨਾਂ ਨੇ absorb ਕੀਤਾ ਹੁੰਦਾ ਹੈ ਉਹਨੂੰ ਉਹ all over the plant ਜਿਹੜਾ ਹੈ with a specific way ਉਹ transport ਕਰਦੇ ਨੇ. ਸੋ ਕਿਉਂਕਿ roots ਤੋਂ ਉੱਪਰ ਪੂਰੇ all over the plant basically leaves ਤੱਕ ਜੇ ਆਪਾਂ ਕਹੀਏ ਵਾਟਰ ਨੇ ਜਾਣਾ ਹੈ ਤਾਂ ਉਹਦਾ ਜਿਹੜਾ ਮਤਲਬ ਡਿਸਟੈਂਸ ਹੋਊਗਾ ਬਹੁਤ ਜ਼ਿਆਦਾ ਹੋਊਗਾ. ਰੂਟਸ ਤੋਂ ਲੈ ਕੇ ਲੀਵਸ ਤੱਕ ਦਾ ਡਿਸਟੈਂਸ ਬਹੁਤ ਜ਼ਿਆਦਾ ਹੋਊਗਾ. ਇਸ ਲਈ ਇਹਦੇ ਲਈ ਇਕੱਲਾ ਡਿਫਿਊਜ਼ਨ ਇਜ਼ ਨਾਟ ਸਫੀਸ਼ੀਐਂਟ. ਮੋਸਟਲੀ ਜੇ ਆਪਾਂ ਦੇਖੀਏ ਮੋਸਟਲੀ ਡਿਫਿਊਜ਼ਨ ਪ੍ਰੋਸੈਸ ਦੇ ਨਾਲ ਹੀ ਜੋ ਵੀ ਇਹ ਆਪਣਾ ਟਰਾਂਸਪੋਰਟ ਦਾ ਕੰਮ ਹੁੰਦਾ ਹੈ. ਬਟ ਕਿਉਂਕਿ ਡਿਸਟੈਂਸ ਜਿਹੜਾ ਰੂਟਸ ਅਤੇ ਲੀਵਸ ਦੇ ਵਿੱਚ ਬਹੁਤ ਜ਼ਿਆਦਾ ਹੈ, ਇਕੱਲਾ ਡਿਫਿਊਜ਼ਨ ਪ੍ਰੋਸੈਸ ਸਫੀਸ਼ੀਐਂਟ ਨਹੀਂ ਹੋਊਗਾ ਰॉ ਮਟੀਰੀਅਲਸ ਨੂੰ ਸਪਲਾਈ ਕਰਨ ਲਈ ਅਪ ਟੂ ਦ ਲੀਵਸ and energy from the roots. And then therefore there are two types of vascular tissues, that is xylem and phloem. So ਇਹਦੇ ਵਿੱਚ diffusion ਦਾ ਤੇ ਜ਼ਿਆਦਾ ਰੋਲ ਹੈ ਹੀ ਨਹੀਂ. ਜਦੋਂ longer distance ਹੋਣਗੇ ਉਦੋਂ diffusion ਜਿਹੜੀ ਹੈ ਉਹ ਹੈਲਪਫੁਲ ਹੀ ਨਹੀਂ ਹੈਗੀ. ਠੀਕ ਹੈ, ਮਿਨਰਲਸ ਐਂਡ ਵਾਟਰ ਟਰਾਂਸਪੋਰਟ ਕਰਨ ਲਈ. ਸੋ ਇਸ ਦੇ ਲਈ ਇਸ ਕੰਮ ਦੇ ਲਈ ਸਪੈਸ਼ਲ ਟਿਸ਼ੂਜ਼ ਨੇ ਆਪਣੇ ਕੋਲ ਪਲਾਂਟਸ ਦੇ ਕੋਲ. ਵਸਕੂਲਰ ਟਿਸ਼ੂਜ਼ ਕਿਹੜੇ ਨੇ? xylem and phloem. xylem ਕੀ ਟਰਾਂਸਪੋਰਟ ਕਰਦਾ? ਇਟ ਟਰਾਂਸਪੋਰਟਸ ਵਾਟਰ ਐਂਡ ਮਿਨਰਲਸ ਜੋ ਕਿ ਸੋਇਲ ਤੋਂ ਅਬਜ਼ਰਵ ਕਰਦੇ ਨੇ ਰੂਟਸ. ਅਤੇ ਫਲੋਐਮ ਟਰਾਂਸਪੋਰਟ ਕਰਦਾ ਹੈ ਪ੍ਰੋਡਕਟਸ ਆਫ ਫੋਟੋਸਿੰਥੇਸਿਸ ਫਰੋਮ ਲੀਵਸ ਟੂ ਅਦਰ ਪਾਰਟਸ ਆਫ ਦਾ ਪਲਾਂਟ. ਠੀਕ ਹੈ, ਫਲੋਐਮ ਕੀ ਟਰਾਂਸਪੋਰਟ ਕਰਦਾ ਹੈ ਫੋਟੋਸਿੰਥੇਸਿਸ ਦੇ ਨਾਲ ਜਿਹੜਾ ਵੀ ਖਾਣਾ ਬਣਦਾ ਹੈ ਲੀਵਸ ਦੇ ਵਿੱਚ ਟੂ ਆਲ ਓਵਰ ਦਾ ਪਲਾਂਟ. So this is the diagram of xylem and phloem. ਫਿਰ ਜਿਹੜਾ ਵਾਟਰ ਹੈ ਇਟ ਇਜ਼ ਮੂਵਡ ਇਨਟੂ xylem of roots. ਠੀਕ ਹੈ, ਰੂਟਸ ਦੇ ਵਿੱਚ xylem ਟਿਸ਼ੂਜ਼ ਪ੍ਰੈਜ਼ੈਂਟ ਨੇ. ਜਿਹੜੀਆਂ ਰੂਟਸ ਨੇ ਉਹ ਐਬਜ਼ਰਬ ਕਰਨਗੀਆਂ ਵਾਟਰ ਨੂੰ ਅਤੇ ਥਰੂ xylem ਉਹ ਜਿਹੜਾ ਹੈ ਉਹ ਫਰੋਮ ਰੂਟਸ ਉੱਪਰ ਨੂੰ ਪੁਸ਼ ਹੋਗਾ. ਇਟ ਵਿਲ ਬੀ ਪੁਸ਼ਡ ਅਪਵਰਡ. ਜਿਹੜੇ ਪਲਾਂਟਸ ਨੇ ਉਹਨਾਂ ਕੋਲ ਡਿਫਰੈਂਟ ਮੈਕੈਨਿਜ਼ਮਸ ਨੇ ਵਾਟਰ ਨੂੰ ਪੁਸ਼ ਕਰਨ ਲਈ ਜਾਂ ਪੁੱਲ ਕਰਨ ਲਈ ਟੂ ਅਪਵਰਡ ਥਰੂ xylem. ਲਾਈਕ ਵਾਟਰ ਵਿਚ ਇਜ਼ ਲੋਸ ਥਰੂ ਸਟੋਮੇਟਾ ਇਜ਼ ਰਿਪਲੇਸਡ ਬਾਈ ਵਾਟਰ ਐਬਜ਼ਰਵਡ ਬਾਈ ਦ ਰੂਟਸ. ਠੀਕ ਹੈ, ਜਿਹੜੇ ਸਟੋਮੇਟਾਜ਼ ਹੁੰਦੇ ਨੇ, ਠੀਕ ਹੈ, ਤੁਹਾਨੂੰ ਪਤਾ ਨੇ ਕਿ ਉੱਥੇ ਲੋਸ ਆਫ ਵਾਟਰ ਹੁੰਦਾ, ਉੱਥੇ ਟਰਾਂਸਪੀਰੇਸ਼ਨਸ ਹੁੰਦੀ ਹੈ ਸਟੋਮੇਟਾ ਦੇ ਥਰੂ. ਠੀਕ ਹੈ, ਅਨਵਾਂਟਡ ਜਿਹੜਾ ਲੋਸ ਹੈ ਇਹਨੂੰ ਜਿਹੜਾ ਵਾਟਰ ਲੋਸਟ ਹੋ ਗਿਆ ਹੈ ਉਹਨੂੰ ਰਿਪਲੇਸ ਕਰਨ ਲਈ ਹੁਣ ਜਿਹੜੀਆਂ ਰੂਟਸ ਨੇ ਉਹ ਐਬਜ਼ਰਵ ਕਰਨਗੀਆਂ ਹੋਰ ਵਾਟਰ ਦੇ ਉਹ ਸਟੋਮੇਟਾਜ਼ ਨੂੰ ਜਿਹੜਾ ਲੋਸਟ ਵਾਟਰ ਹੈ ਉਹਨੂੰ ਰਿਪਲੇਸ ਕਰ ਦੂਗਾ. ਕਲੀਅਰ? ਅਗੇਨ ਆਈ ਐਮ ਟੈਲਿੰਗ ਯੂ ਜਿਹੜਾ ਸਟੋਮੇਟਾ ਦੇ ਥਰੂ ਵਾਟਰ ਲੋਸ ਹੋਇਆ ਸੀ ਬਾਈ ਟਰਾਂਸਪੀਰੇਸ਼ਨ ਪ੍ਰੋਸੈਸ, ਕਿਉਂਕਿ ਟਰਾਂਸਪੀਰੇਸ਼ਨ ਕੀ ਹੁੰਦਾ ਹੈ? ਲੋਸ ਆਫ ਵਾਟਰ. ਸੋ ਸਟੋਮੇਟਾਜ਼ ਜਿਹੜੇ ਨੇ ਲੀਵਸ 'ਤੇ ਪ੍ਰੈਜ਼ੈਂਟ ਹੁੰਦੇ ਨੇ ਉਹਨਾਂ ਦੇ ਥਰੂ ਵਾਟਰ ਜਿਹੜਾ ਹੈ ਲੋਸ ਹੋਇਆ ਹੈ ਟੂ ਐਟਮੋਸਫੇਅਰ, ਉਹ ਅਗੇਨ ਰਿਪਲੇਸ ਹੋ ਜਾਂਦਾ. ਕਿੱਦਾਂ ਰਿਪਲੇਸ ਹੁੰਦੇ? ਜਿਹੜੀਆਂ ਰੂਟਸ ਨੇ ਉਹ ਐਬਜ਼ਰਬ ਕਰਦੀਆਂ ਨੇ ਨੀਚਿਓਂ ਅਤੇ ਉਹ ਲੀਵਸ ਤੱਕ ਸਪਲਾਈ ਕਰਦੀਆਂ ਨੇ ਥਰੂ xylem. ਇਸ ਤੋਂ ਇਲਾਵਾ ਇਵੈਪੋਰੇਸ਼ਨ ਆਫ ਵਾਟਰ ਫਰੋਮ ਲੀਵਸ ਕ੍ਰੀਏਟ ਸਕਸ਼ਨ ਫੋਰਸ ਵਿਚ ਪੁਲਸ ਵਾਟਰ. ਇਸ ਤੋਂ ਇਲਾਵਾ ਜਿਹੜਾ ਇੱਕ ਇਵੈਪੋਰੇਸ਼ਨ ਹੁੰਦੀ ਹੈ ਵਾਟਰ ਦੀ ਫਰੋਮ ਲੀਵਸ ਦੇ ਸਰਫੇਸ ਤੋਂ ਜਿਹੜੀ ਇਵੈਪੋਰੇਸ਼ਨ ਹੁੰਦੀ ਪਈ ਹੈ ਉਸ ਇਵੈਪੋਰੇਸ਼ਨ ਦਾ ਕਰਕੇ ਇੱਕ ਸਕਸ਼ਨ ਫੋਰਸ ਕ੍ਰੀਏਟ ਹੋ ਜਾਂਦਾ ਹੈ ਜੋ ਕਿ ਵਾਟਰ ਨੂੰ ਪੁੱਲ ਕਰਦਾ ਹੈ ਉੱਪਰ ਨੂੰ. ਦੈਨ the loss of this water in the form of water vapor is called transpiration. So transpiration ਦੀ ਐਕਚੁਅਲੀ ਜੀ ਆਪਾਂ ਇੰਪੋਰਟੈਂਸ ਕੀ ਹੈ? ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ ਹੈ ਟਰਾਂਸਪੀਰੇਸ਼ਨ. ਫੋਰ ਐਗਜ਼ਾਮਪਲ ਰੈਗੂਲੇਟਸ ਟੈਂਪਰੇਚਰ ਰੈਗੂਲੇਟ ਕਰਕੇ ਰੱਖਦਾ ਹੈ ਇਹ ਪਲਾਂਟ ਦਾ. ਇਟ ਆਲਸੋ ਹੈਲਪਸ ਇਨ ਐਬਜ਼ਰਪਸ਼ਨ ਆਫ ਵਾਟਰ ਐਂਡ ਅਪਵਰਡ ਮੂਵਮੈਂਟ ਆਫ ਵਾਟਰ ਐਂਡ ਮਿਨਰਲਸ. ਠੀਕ ਹੈ, ਨਾਲ ਹੀ ਇਹ ਹੈਲਪ ਕਰਦਾ ਹੈ ਵਾਟਰ ਦੀ ਐਬਜ਼ਰਪਸ਼ਨ 'ਚ ਅਤੇ ਇਹਦੀ ਅਪਵਰਡ ਮੂਵਮੈਂਟ 'ਚ ਫਰੋਮ ਰੂਟਸ ਟੂ ਲੀਵਸ.
When stomatas are open during the day, large amount of water is lost and the upward movement of water also becomes more. ਜਦੋਂ ਡੇ ਟਾਈਮ 'ਚ ਸਟੋਮੇਟਾਸ ਓਪਨ ਹੁੰਦੇ ਨੇ ਉਦੋਂ ਵਾਟਰ ਵੀ, ਕਿਉਂਕਿ ਸਟੋਮੇਟਾਸ ਓਪਨ ਨੇ, ਵਾਟਰ ਵੀ ਜ਼ਿਆਦਾ ਲਾਸ ਹੋਊਗਾ। ਇਸ ਕਰਕੇ ਜਿਹੜੀ ਵਾਟਰ ਦੀ ਡਿਮਾਂਡ ਹੈ, ਅਪਵਰਡ ਮੂਵਮੈਂਟ ਆਫ ਵਾਟਰ ਦੀ ਜਿਹੜੀ ਡਿਮਾਂਡ ਉਹ ਵੀ ਜ਼ਿਆਦਾ ਵੱਧ ਜਾਂਦੀ ਹੈ। ਐਂਡ ਜੇ ਆਪਾਂ ਫਲੋਇਮ ਦੀ ਗੱਲ ਕਰੀਏ, ਫਲੋਇਮ ਟਰਾਂਸਪੋਰਟ ਸੋਲਿਊਟ ਪ੍ਰੋਡਕਟਸ ਆਫ ਫੋਟੋਸਿੰਥੇਸਿਸ। ਠੀਕ ਹੈ, ਫਲੋਇਮ ਕੀ ਟਰਾਂਸਪੋਰਟ ਕਰਦਾ, ਜਿਹੜੇ ਵੀ ਸੋਲਿਊਬਲ ਪ੍ਰੋਡਕਟਸ ਹੁੰਦੇ ਨੇ ਫੋਟੋਸਿੰਥੇਸਿਸ ਦੇ, ਜਿਹੜਾ ਵੀ ਅਮੀਨੋ ਐਸਿਡਸ ਬਣਦੇ ਨੇ ਐਂਡ ਅਦਰ ਸਬਸਟੈਂਸਿਸ। The transport of soluble products of photosynthesis is called translocation. So ਇਸ ਟਰਾਂਸਪੋਰਟ ਮੈਕੈਨਿਜ਼ਮ ਨੂੰ with the help of phloem ਆਪਾਂ ਕੀ ਕਹਿ ਦਿੰਦੇ ਹਾਂ, ਟਰਾਂਸਲੋਕੇਸ਼ਨ। ਸੋ ਜਿਹੜਾ ਫੂਡ ਦਾ ਜਿਹੜੇ ਮੂਵਮੈਂਟ ਆ ਫਰੋਮ ਵਨ ਪਾਰਟ ਟੂ ਅਦਰ, ਦੈਟ ਇਜ਼ ਫਰੋਮ ਲੀਵਸ ਟੂ ਅਦਰ ਪਾਰਟਸ ਆਫ ਦਾ ਪਲਾਂਟ, ਇਹਨੂੰ ਆਪਾਂ ਕੀ ਕਹਿ ਸਕਦੇ ਹਾਂ, ਟਰਾਂਸਲੋਕੇਸ਼ਨ। The substances are transported to the storage organs of roots, fruits and seeds. ਠੀਕ ਹੈ, ਜਿਹੜੇ ਵੀ ਸਬਸਟੈਂਸਿਸ ਹੁੰਦੇ ਨੇ ਉਹ ਟਰਾਂਸਪੋਰਟ ਹੁੰਦੇ ਨੇ ਟੂ ਦ ਸਟੋਰੇਜ organs of roots। ਜਿਹੜੀਆਂ ਰੂਟਸ ਦੀਆਂ ਸਟੋਰੇਜ ਔਰਗਨਸ ਹੈ ਉੱਥੇ, ਫਰੂਟਸ ਦੀਆਂ ਸਟੋਰੇਜ ਔਰਗਨਸ 'ਚ ਅਤੇ ਸੀਡਸ ਦੀਆਂ। ਸੋ ਇਹਨਾਂ ਦੀ ਸਟੋਰੇਜ ਔਰਗਨਸ ਹੁੰਦੀਆਂ ਨੇ ਜਿਹਦੇ ਵਿੱਚ ਇਹ ਆਪਣੇ ਖਾਣੇ ਨੂੰ ਸਟੋਰ ਕਰਕੇ ਰੱਖਦੇ ਨੇ, ਜਿਵੇਂ ਰੂਟਸ ਦੀਆਂ, ਫਰੂਟਸ ਦੀਆਂ, ਸੀਡਸ ਦੀਆਂ। ਇੱਦਾਂ ਹੀ ਜਦੋਂ ਇਹਨਾਂ ਨੂੰ ਖਾਣੇ ਦੀ ਲੋੜ ਹੁੰਦੀ ਹੈ ਉੱਥੋਂ ਇਹ ਆਪਣੀ ਖਾਣੇ ਦੀ ਮਤਲਬ ਸਪਲਾਈ ਲੈ ਸਕਦੇ ਨੇ। ਦ ਟਰਾਂਸਲੋਕੇਸ਼ਨ ਟੇਕਸ ਪਲੇਸ ਇਨ ਦ ਸੀਵ ਟਿਊਬਸ। ਜਿਹੜੀ ਟਰਾਂਸਲੋਕੇਸ਼ਨ ਆ ਬੇਸਿਕਲੀ ਇਨ ਕੇਸ ਆਫ ਫਲੋਇਮ ਕਿੱਥੇ ਹੁੰਦੀ ਹੈ, ਸੀਵ ਟਿਊਬਸ ਦੇ ਵਿੱਚ, ਵਿਦ ਦ ਹੈਲਪ ਆਫ ਕੰਪੈਨੀਅਨ ਸੈਲਸ। ਠੀਕ ਹੈ, ਐਡਜੈਸੈਂਟ ਕੰਪੈਨੀਅਨ ਸੈਲਸ ਹੁੰਦੇ ਨੇ, ਉਹਨਾਂ ਦੇ ਜਿਹੜੀ ਸੀਵ ਟਿਊਬਸ ਹੁੰਦੀਆਂ ਨੇ ਉਹਨਾਂ ਦੀ ਹੈਲਪ ਨਾਲ ਖਾਣਾ ਜਿਹੜਾ ਉਹ ਟਰਾਂਸਲੋਕੇਟ, ਸੋ ਫਲੋਇਮ ਦੇ ਵਿੱਚ ਹੀ ਆ ਜਾਂਦੇ ਨੇ ਸੀਵ ਟਿਊਬਸ, ਕੰਪੈਨੀਅਨ ਸੈਲਸ। ਠੀਕ ਹੈ, ਹੁਣ ਆਪਾਂ ਜੇ ਕਹਾਂਗੇ ਕਿ ਮੂਵਮੈਂਟ ਜਿਹੜੀ ਫਲੋਇਮ ਦੇ ਵਿੱਚ ਜਿਹੜੀ ਮੂਵਮੈਂਟ ਆ ਕਿ ਉਹ ਬਸ ਇੱਕ ਹੀ ਸਾਈਡ ਹੁੰਦੀ ਹੈ, ਕਿ ਲੀਵਸ ਤੋਂ ਉਹ ਨੀਚੇ ਨੂੰ ਹੀ ਹੁੰਦੀ, ਉੱਪਰ ਨੂੰ ਨਹੀਂ ਜਾਂਦੀ। ਸੋ ਇਸ ਕੇਸ ਦੇ ਵਿੱਚ ਜੇ ਆਪਾਂ ਕੀ ਕਹਿ ਸਕਦੇ ਹਾਂ, ਦ ਮੂਵਮੈਂਟ ਆਫ ਸਬਸਟੈਂਸਿਸ ਇਜ਼ ਬਾਈ ਡਾਇਰੈਕਸ਼ਨਲ। ਠੀਕ ਹੈ, ਦੋਨੋਂ ਅਪਵਰਡ ਅਤੇ ਡਾਊਨਵਰਡ, ਜਿਵੇਂ ਲੀਵਸ 'ਚ ਖਾਣਾ ਬਣਿਆ ਬਟ ਜਿਹੜੇ ਫਲੋਇਮ ਆ ਉਹਨੂੰ ਅਪਵਰਡ ਵੀ ਟਰਾਂਸਪੋਰਟ ਕਰੂਗਾ, ਡਾਊਨਵਰਡ ਵੀ ਟਰਾਂਸਪੋਰਟ ਕਰੂਗਾ। ਹੁਣ ਇਹਦੇ ਲਈ ਐਨਰਜੀ ਦੀ ਲੋੜ ਆ, ਕਿੱਥੋਂ ਮਿਲਦੀ ਆ, ਥਰੂ ATP। ਸੋ ATP ਜਿਹੜੀ ਆਪਣੀ ਐਨਰਜੀ ਕਰੰਸੀ ਆ ਉਹ ਜਿਹੜੀ ਆ ਉਹ ਹੁਣ ਆਊਗੀ, ਉਹ ਹੈਲਪ ਕਰੂਗੀ ਟਰਾਂਸਲੋਕੇਸ਼ਨ ਆਫ ਵੇਰੀਅਸ ਫੂਡ ਮਟੀਰੀਅਲਸ। ਇਸ ਤੋਂ ਇਲਾਵਾ ਮਟੀਰੀਅਲਸ ਲਾਈਕ ਸੁਕਰੋਜ਼, ਜਿਹੜਾ ਸੁਕਰੋਜ਼ ਹੈ ਇਟ ਮੂਵ ਟੂ ਫਲੋਇਮ ਯੂਜ਼ਿੰਗ ਐਨਰਜੀ। ਠੀਕ ਹੈ, ਸੁਕਰੋਜ਼ ਮੂਵ ਕਰਦਾ ਹੈ ਥਰੂ ਫਲੋਇਮ ਬਾਈ ਯੂਜ਼ਿੰਗ ਐਨਰਜੀ ਨੂੰ ਯੂਜ਼ ਕਰਕੇ। ਸੁਕਰੋਜ਼ ਜਿਹੜਾ ਕਿ ਇੱਕ ਟਾਈਪ ਆਫ ਸ਼ੂਗਰ ਹੈ, ਮਤਲਬ ਇਟ ਇਜ਼ ਅ ਸੋਰਸ ਆਫ ਫੂਡ। ਠੀਕ ਹੈ, ਫॉर ਪਲਾਂਟ ਇਹ ਵੀ ਮੂਵ ਕਰਦਾ ਹੈ। ਜਦੋਂ ਸੁਕਰੋਜ਼ ਮੂਵ ਕਰੂਗੀ ਥਰੂ ਫਲੋਇਮ ਬਾਈ ਯੂਜ਼ਿੰਗ ਐਨਰਜੀ, ਇਟ ਇਨਕਰੀਜ਼ਿਜ਼ ਦ ਓਸਮੋਟਿਕ ਪ੍ਰੈਸ਼ਰ ਆਫ ਦ ਟਿਸ਼ੂ। ਉਦੋਂ ਕੀ ਹੋ ਜਾਊਗਾ, ਜਿਹੜੇ ਆਪਣੇ ਟਿਸ਼ੂਜ਼ ਹੋਣਗੇ ਮਤਲਬ ਉਹਨਾਂ ਦਾ ਓਸਮੋਟਿਕ ਪ੍ਰੈਸ਼ਰ ਇਨਕਰੀਜ਼ ਹੋ ਜਾਊਗਾ। ਜਦੋਂ ਓਸਮੋਟਿਕ ਪ੍ਰੈਸ਼ਰ ਇਨਕਰੀਜ਼ ਹੋਊਗਾ, ਦੇ ਕਾਜ਼ ਵਾਟਰ ਟੂ ਮੂਵ, ਉਦੋਂ ਵਾਟਰ ਮੂਵ ਹੋਊਗਾ ਐਂਡ ਮਟੀਰੀਅਲਸ ਇਨ ਦ ਫਲੋਇਮ, ਦੇ ਕਾਜ਼ ਵਾਟਰ ਟੂ ਮੂਵ ਐਂਡ ਮਟੀਰੀਅਲਸ ਇਨ ਦ ਫਲੋਇਮ ਟੂ ਟਿਸ਼ੂਜ਼ ਅਕੋਰਡਿੰਗ ਟੂ ਦ ਪਲਾਂਟਸ ਨੀਡ। ਠੀਕ ਹੈ, ਸੋ ਜਦੋਂ ਓਸਮੋਟਿਕ ਪ੍ਰੈਸ਼ਰ ਆਫ ਟਿਸ਼ੂਜ਼ ਜਿਹੜਾ ਮਤਲਬ ਕਹਿ ਲਓ ਕਿ ਇਨਕਰੀਜ਼ ਹੋਊਗਾ, ਉਦੋਂ ਜਿਹੜੇ ਟਿਸ਼ੂਜ਼ ਨੇ ਦੇ ਕਾਜ਼ ਵਾਟਰ ਐਂਡ ਫੂਡ ਮਟੀਰੀਅਲਸ ਟੂ ਮੂਵ ਥਰੂ ਦ ਫਲੋਇਮ। Examples, when the buds grow, these need energy and sugar stored in the root or stem. ਜਦੋਂ ਬਰਡਸ ਗਰੋ ਕਰਦੇ ਨੇ ਉਹਨਾਂ ਨੂੰ ਬਰਡਸ ਨੂੰ ਗਰੋ ਕਰਨ ਲਈ ਐਨਰਜੀ ਚਾਹੀਦੀ ਹੈ। ਉਹ ਐਨਰਜੀ ਜਿਹੜੀ ਹੈ ਮਤਲਬ ਐਨਰਜੀ ਐਂਡ ਸ਼ੂਗਰ ਜਿਹੜੀ ਹੈ ਉਹ ਕਿੱਥੇ ਸਟੋਰ ਹੁੰਦੀ ਹੈ, ਇਨ ਦ ਰੂਟਸ ਔਰ ਇਨ ਦ ਸਟੈਮ। ਸੋ ਰੂਟਸ ਤੋਂ ਜਾਂ ਸਟੈਮ ਤੋਂ ਉਹ ਟਰਾਂਸਪੋਰਟ ਹੁੰਦੀ ਹੈ ਐਜ਼ ਐਨ ਐਨਰਜੀ ਸੋਰਸ ਟੂ ਥੀਸ ਬਰਡਸ। ਸੋ ਦਿਸ ਇਜ਼ ਆਲ ਅਬਾਊਟ ਟਰਾਂਸਪੋਰਟੇਸ਼ਨ, ਕਿ ਕਿੱਦਾਂ ਫਲੋਇਮ ਅਤੇ ਜ਼ਾਇਲਮ ਹੈਲਪ ਕਰਦੇ ਨੇ ਇਨ ਟਰਾਂਸਪੋਰਟੇਸ਼ਨ।